ਅਸੀਂ ਗੱਲ ਕਰ ਰਹੇ ਸੀਗੇ ਕਿ ਦੇਵਮਾਨ ਕੱਲੇ ਐਮਐਲਏ ਨੇ ਜਿਹੜੇ ਸਾਈਕਲ ਤੇ ਆਏ ਆ। ਫੋਰਚੂਨਰ ਗੱਡੀਆਂ ਦੀਆਂ ਅਸੀਂ ਲਾਈਨਾਂ ਲੱਗੀਆਂ ਦਿਖਾ ਦਿੱਤੀਆਂ ਸੀ, ਤੁਹਾਡੇ ਨਾਲ ਗੱਲ ਕੀਤੀ ਚੱਲਦੇ ਚੱਲਦੇ, ਤੁਹਾਨੂੰ ਯਾਦ ਹੋਊਗਾ। ਅੱਜ ਤੁਸੀਂ ਕਾਰ ਤੇ ਆ ਗਏ, ਇਹ ਏਡੀ ਛੇਤੀ ਤਰੱਕੀ ਕਿਵੇਂ ਹੋ ਗਈ? ਤੇ ਤੁਸੀਂ ਕਿਹਾ ਵੀ ਮੈਂ 90 ਤੋਂ ਚੰਡੀਗੜ੍ਹ ਸਾਈਕਲ ਤੇ ਆਇਆ ਤੇ ਉਸ ਤੋਂ ਵਿਧਾਨ ਸਭਾ ਵੀ ਸਾਈਕਲ ਤੇ ਪਹੁੰਚਿਆ, ਤੇ ਤੁਸੀਂ ਕਿਹਾ ਸੀ ਵੀ ਅਸੀਂ ਤੇ ਇਦਾਂ ਹੀ ਆਵਾਂਗੇ, ਮੈਂ ਇਦਾਂ ਹੀ ਆਉਂਗਾ, ਸਾਈਕਲ ਤੇ ਆਇਆ ਕਰਾਂਗਾ। ਹੁਣ ਮੈਂ ਇਹ ਕਹਿ ਰਿਹਾ ਵੀ ਇੱਕ ਦਿਨ ਬਾਅਦ ਤੁਹਾਨੂੰ ਕਿਉਂ ਲੱਗਾ ਕਿ ਨਹੀਂ, ਸਾਈਕਲ ਲਈ ਕਾਰ ਹੋਣੀ ਚਾਹੀਦੀ ਹੈ? ਗੱਲ ਸਿਰਫ ਇੰਨੀ ਜੀ ਹੈ ਕਿ ਜਦੋਂ ਸਿੰਬਲ ਦਿਖਾਣਾ ਤੇ ਫਿਰ ਲੋਕਾਂ 'ਚ ਇਹ ਮੈਸੇਜ ਚਲੇ ਜਾਂਦਾ ਕਿ ਇਹ ਹਾਥੀ ਦੇ ਦੰਦ ਖਾਣ ਵਾਲੇ ਹੋਰ ਨੇ, ਦਿਖਾਉਣ ਵਾਲੇ ਹੋਰ ਨੇ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਦਾਂ ਕਰੋ, ਤੁਹਾਡੇ ਕੋਲ ਗੱਡੀਆਂ ਨੇ, ਮੁਬਾਰਕ ਹੈ, ਤੁਸੀਂ ਇੱਕ ਦਿਨ ਤੁਸੀਂ ਤਾਂ ਸਾਈਕਲ ਤੇ ਆ ਕੇ ਦਿਖਾਓ। ਉਹ ਕਹਿੰਦੇ ਵੀ ਚਲਾ ਹੀ ਨਹੀਂ ਸਕਦੇ। ਮੈਂ ਕਿਹਾ ਤੁਹਾਡੀਆਂ ਲੱਤਾਂ 'ਚ ਜਾਨ ਹੀ ਹੈ ਨਹੀਂ, ਤੁਸੀਂ ਚਲਾ ਨਹੀਂ ਸਕਦੇ, ਕਿਉਂਕਿ ਸਾਈਕਲ ਚਲਾਉਣ ਲਈ ਦਮ ਚਾਹੀਦਾ। ਤੇ ਜਦੋਂ ਇੱਕ ਦਿਨ ਬਾਅਦ ਬੰਦੇ ਦਾ ਸਟੈਂਡ ਚੇਂਜ ਹੁੰਦਾ ਹੋਇਆ ਨਜ਼ਰ ਆਉਂਦਾ, ਤੇ ਕਈ ਵਾਰੀ ਇਹ ਲੱਗਦਾ ਕਿ ਲੀਡਰ ਕਹਿੰਦੇ ਕੁਛ ਨਹੀਂ, ਕਰਦੇ ਕੁਛ ਨਹੀਂ, ਦਿਖਾਉਂਦੇ ਕੁਛ ਨਹੀਂ। ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਆਮ ਆਦਮੀ ਪਾਰਟੀ ਦੇ ਨਾਭਾ ਦੇ ਐਮਐਲਏ ਦੇਵਮਾਨ ਨੇ ਬਹੁਤ ਸੁਰਖੀਆਂ ਖੱਟੀਆਂ ਸੀ, ਕਿਉਂਕਿ ਦੇਵਮਾਨ ਦਾ ਦਾਅਵਾ ਸੀਗਾ ਕਿ ਉਹ ਨਾਭਾ ਤੋਂ ਚੰਡੀਗੜ੍ਹ ਤੇ ਚੰਡੀਗੜ੍ਹ ਪਹੁੰਚਣ ਤੋਂ ਬਾਅਦ ਉਹ ਵਿਧਾਨ ਸਭਾ ਸਾਈਕਲ ਤੇ ਚੜ੍ਹ ਕੇ ਪਹੁੰਚੇ ਨੇ। ਇੱਕ ਦਿਨ ਦਾ ਵਕਫਾ ਪਿਆ ਹੈ ਤੇ ਦੇਵਮਾਨ ਸਾਈਕਲ ਤੋਂ ਉਤਰ ਕੇ ਕਾਰ ਤੇ ਸਵਾਰ ਹੋ ਗਏ ਨੇ। ਦੇਵਮਾਨ ਇੱਕ ਦਿਨ ਬਾਅਦ ਕਾਰ ਤੋਂ ਸਵਾਰ ਹੋ ਗਏ ਨੇ, ਤੇ ਜਦਕਿ ਪਹਿਲੇ ਦਿਨ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਦੇਵਮਾਨ ਹੋਣਾ ਨੇ ਸੀਗਾ ਕਿ ਅਸੀਂ ਆਮ ਆਦਮੀ ਦੀ ਤਰ੍ਹਾਂ ਵਿਚਰਾਂਗੇ ਤੇ ਲਗਾਤਾਰ ਸੈਸ਼ਨ ਦੇ ਵਿੱਚ ਅਸੀਂ ਸਾਈਕਲ ਤੇ ਚੜ੍ਹ ਕੇ ਆਵਾਂਗੇ। ਇਤਰਾਜ਼ ਸਾਈਕਲ ਤੇ ਹੋਣ ਜਾਂ ਹੋਣ ਦਾ ਨਹੀਂ ਹੈ, ਗੱਲ ਕਿ ਜੋ ਇੱਕ ਦਿਨ ਪਹਿਲਾਂ ਦਾਅਵਾ ਕੀਤਾ ਗਿਆ ਸੀ ਐਮਐਲਏ ਵੱਲੋਂ ਕਿ ਅਸੀਂ ਕਾਰ ਦੇ ਵਿੱਚ ਕਾਰਾਂ ਤੇ ਨਹੀਂ ਚੜਾਂਗੇ, ਅਸੀਂ ਆਮ ਆਦਮੀ ਆ, ਅਸੀਂ ਸਾਈਕਲ ਤੇ ਆਮ ਬੰਦਿਆਂ ਦੇ ਵਿੱਚ ਆਮ ਬੰਦੇ ਦੀ ਤਰ੍ਹਾਂ ਵਿਚਰਾਂਗੇ, ਉਹ ਵਿਚਾਰ ਇੱਕ ਦਿਨ ਬਾਅਦ ਕਿਵੇਂ ਬਦਲ, ਇਸ ਬਾਰੇ ਗੱਲਬਾਤ ਕਰਾਂਗੇ। ਨਾਭਾ ਦੇ ਐਮਐਲਏ ਦੇਵਮਾਨ ਸਾਡੇ ਨਾਲ ਨੇ, ਉਹਨਾਂ ਦੀ ਗੱਡੀ 'ਚ ਬੈਠ ਕੇ ਅਸੀਂ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਮਾਨ ਸਾਹਿਬ, ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੇ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਮਾਨ ਸਾਹਿਬ, ਇੱਕ ਦਿਨ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ ਕਿ ਦੇਵਮਾਨ ਕੱਲੇ ਐਮਐਲਏ ਨੇ ਜਿਹੜੇ ਸਾਈਕਲ ਤੇ ਆਏ ਆ। ਫੋਰਚੂਨਰ ਗੱਡੀਆਂ ਦੀਆਂ ਅਸੀਂ ਲਾਈਨਾਂ ਲੱਗੀਆਂ ਦਿਖਾ ਦਿੱਤੀਆਂ ਸੀ, ਤੁਹਾਡੇ ਨਾਲ ਗੱਲ ਕੀਤੀ ਚੱਲਦੇ ਚੱਲਦੇ, ਤੁਹਾਨੂੰ ਯਾਦ ਹੋਊਗਾ। ਅੱਜ ਤੁਸੀਂ ਕਾਰ ਤੇ ਆ ਗਏ, ਇਹ ਏਡੀ ਛੇਤੀ ਤਰੱਕੀ ਕਿਵੇਂ ਹੋ ਗਈ? ਕਾਰ ਮੇਰੀ ਆਪਣੀ ਨਹੀਂ ਜੀ, ਇਹ ਕਾਰ ਫੈਮਿਲੀ ਦੀ ਹੈ ਸਾਡੀ। ਤੇ ਉਹ ਮੈਂ ਕਿਤੇ ਰਾਤ ਮੈਂ ਨਾਭੇ ਨਹੀਂ ਕਿਤੇ ਹੋਰ ਸੀਗਾ, ਫਿਰ ਉੱਥੋਂ ਇੱਕਦਮ ਆਉਣਾ ਸੀਗਾ ਤੇ ਨਾਭੇ ਹਲੇ ਵੀ ਮੈਂ ਸਾਈਕਲ ਤੇ ਘੁੰਮਦਾ ਜੀ, ਠੀਕ ਹੈ ਨਾ ਜੀ। ਸਭ ਤੋਂ ਵੱਡੀ ਗੱਲ ਹੈ, ਮੇਰਾ ਸਾਈਕਲ ਤੇ ਆਉਣਾ ਜਾਂ ਗੱਡੀ ਤੇ ਆਉਣਾ ਜਾਂ ਪੈਦਲ ਆਉਣਾ ਨਹੀਂ ਮੈਟਰ ਕਰਦਾ। ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਨੂੰ ਮੁਹੱਬਤ ਕੌਣ ਕਰਦਾ, ਪੰਜਾਬ ਦੇ ਮੁੱਦਿਆਂ ਦੀ ਗੱਲ ਕੌਣ ਕਰਦਾ, ਪੰਜਾਬ ਲਈ ਕਮਿਟਡ ਕੌਣ ਹੈ। ਤੇ ਆਮ ਆਦਮੀ ਪਾਰਟੀ ਵੱਲੋਂ ਚੁਣ ਕੇ ਆਏ ਆ, ਨਾਭਾ ਵਿਧਾਨ ਸਭਾ ਚੁਣ ਕੇ ਆਏ ਆ, ਤੇ ਇਮਾਨਦਾਰੀ ਨਾਲ ਕੰਮ ਕਰਾਂਗੇ, ਅੱਛੇ ਤਰੀਕੇ ਨਾਲ ਕੰਮ ਕਰਾਂਗੇ, ਸਾਫ਼ ਦਿਲ ਨਾਲ ਕੰਮ ਕਰਾਂਗੇ। ਸਭ ਤੋਂ ਵੱਡਾ ਹੀ ਤਾਂ ਕਮਿਟਮੈਂਟ ਇਹ ਹੈ ਜੀ। ਦੇਖੋ, ਮੈਨੂੰ ਵੀ ਇਤਰਾਜ਼ ਇਹ ਨਹੀਂ ਹੈ ਵੀ ਤੁਸੀਂ ਸਾਈਕਲ ਤੇ ਆਓ ਜਾਂ ਕਾਰ ਤੇ ਆਓ, ਕੱਲ ਨੂੰ ਤੁਸੀਂ ਚੌਪਰ ਲੈ ਕੇ ਵੀ ਆ ਜਾਓ, ਤੇ ਮੈਂ ਕੋਈ ਨਹੀਂ ਇਸ ਤੇ ਇਤਰਾਜ਼ ਕਰਨ ਵਾਲਾ। ਮੈਂ ਇਹ ਇਸ ਲਈ ਤੁਹਾਨੂੰ ਇਹ ਸਵਾਲ ਕੀਤਾ ਕਿਉਂਕਿ ਜਿਸ ਸਮੇਂ ਤੁਸੀਂ ਸਾਈਕਲ ਤੇ ਆ ਰਹੇ ਸੀਗੇ, ਮੈਂ ਤੁਹਾਨੂੰ ਇੰਟਰਵਿਊ ਕੀਤਾ ਉਸ ਸਮੇਂ, ਤੇ ਤੁਸੀਂ ਕਿਹਾ ਵੀ ਮੈਂ 90 ਤੋਂ ਚੰਡੀਗੜ੍ਹ ਸਾਈਕਲ ਤੇ ਆਇਆ ਤੇ ਉਸ ਤੋਂ ਵਿਧਾਨ ਸਭਾ ਵੀ ਸਾਈਕਲ ਤੇ ਪਹੁੰਚਿਆ, ਤੇ ਤੁਸੀਂ ਕਿਹਾ ਸੀ ਵੀ ਅਸੀਂ ਤੇ ਇਦਾਂ ਹੀ ਆਵਾਂਗੇ, ਮੈਂ ਇਦਾਂ ਹੀ ਆਉਂਗਾ, ਸਾਈਕਲ ਤੇ ਆਇਆ ਕਰਾਂਗਾ। ਹੁਣ ਮੈਂ ਇਹ ਕਹਿ ਰਿਹਾ ਵੀ ਇੱਕ ਦਿਨ ਬਾਅਦ ਤੁਹਾਨੂੰ ਕਿਉਂ ਲੱਗਾ ਕਿ ਨਹੀਂ, ਸਾਈਕਲ ਲਈ ਕਾਰ ਹੋਣੀ ਚਾਹੀਦੀ ਹੈ? ਨਹੀਂ, ਕਾਰ ਤਾਂ ਵੈਸੇ ਸਭ ਕੁਝ ਸਰਕਾਰੀ ਹੈ, ਮੇਰੇ ਕੋਲ ਤਾਂ ਉਹ ਵੀ ਹੈ ਨਹੀਂ ਜੀ, ਠੀਕ ਹੈ ਜੀ। ਤੇ ਗੱਲ ਇਹ ਹੈ ਕਿ ਇੱਕ ਸੋਚ ਹੈ। ਦੇਖੋ, ਸਮਾਂ ਬਹੁਤ ਫਾਸਟ ਹੈ, ਬੜੀਆਂ ਉਮੀਦਾਂ ਨੇ। ਹੁਣ ਮੇਰਾ ਫੋਨ ਹੈ ਜੀ, ਇਹ ਲਗਾਤਾਰ ਹੁਣ ਵੀ ਵੱਜ ਰਿਹਾ, ਲਗਾਤਾਰ ਐ ਸਮਝ ਲਓ ਵੀ 1000-1500 ਮਿਸ ਕਾਲ ਹੁੰਦੀ ਹੈ ਡੇਲੀ, ਹਰੇਕ ਨਾਲ ਗੱਲ ਕਰਨੀ, ਹਰੇਕ ਨਾਲ ਉਹ ਕਰਨਾ, ਠੀਕ ਹੈ ਨਾ। ਤੇ ਲਾਈਫ ਬਹੁਤ ਫਾਸਟ ਹੈ, ਪਰ ਇੱਕ ਅੱਜ ਦੇ ਮਾਡਰਨ ਜ਼ਮਾਨੇ ਦੇ ਵਿੱਚ ਸਾਈਕਲ ਜਿਹੜਾ ਇੱਕ ਸਿੰਬੋਲਿਕ ਹੈ ਕਿ ਸਾਈਕਲ ਤੇ ਆਉਣਾ ਜਾਂ ਜ਼ਮੀਨ ਤੇ ਜੁੜ ਕੇ ਰਹਿਣਾ। ਮੈਂ ਆਪਣੀ ਕੰਪੇਨ ਦੇ ਵਿੱਚ ਤੁਸੀਂ ਦੇਖੋ, ਮੇਰੀਆਂ ਹਜ਼ਾਰਾਂ ਹੀ ਵੀਡੀਓ ਨੇ, ਮੈਂ ਸਾਈਕਲ ਤੇ ਘੁੰਮ ਰਿਹਾ, ਸਾਈਕਲ ਤੇ ਕੰਪੇਨ ਕਰ ਰਿਹਾ, ਸਾਈਕਲ ਤੇ ਇਲੈਕਸ਼ਨ ਲੜੀ ਹੈ। ਇਹ ਤਾਂ ਹੁਣ ਮੈਂ ਜਿੱਤ ਗਿਆ ਤਾਂ ਤੁਸੀਂ ਜ਼ਿਕਰ ਕਰਨ ਲੱਗੇ, ਜੇ ਮੈਂ ਨਾ ਜਿੱਤਦਾ ਸ਼ਾਇਦ ਕੋਈ ਜ਼ਿਕਰ ਹੀ ਨਾ ਕਰਦਾ ਇਸ ਚੰਗਾ। ਨਹੀਂ, ਬਿਲਕੁਲ ਠੀਕ ਗੱਲ ਹੈ, ਕਿਉਂਕਿ ਜਿਹੜਾ ਸਿੰਬਲ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਸਾਈਕਲ ਤੇ ਆਉਣਾ ਸਿੰਬੋਲਿਕ ਸੀਗਾ, ਉਸੇ ਸਿੰਬਲਿਜ਼ਮ ਨੇ ਹੀ ਸਾਨੂੰ ਵੀ ਅਟਰੈਕਟ ਕੀਤਾ ਕਿ ਆਹ ਬਹੁਤ ਚੰਗੀ ਗੱਲ ਹੈ, ਹਨਾ, ਆਹ ਬਹੁਤ ਚੰਗੀ ਗੱਲ ਹੈ। ਨਹੀਂ ਤੇ ਜਦੋਂ ਫਿਰ ਦੁਬਾਰਾ ਮੇਰੀ ਗੱਲ ਸੁਣੋ, ਮੈਂ ਦੁਬਾਰਾ ਇਹ ਗੱਲ ਨੂੰ ਕਲੀਅਰ ਕਰਦਾ ਕਿ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਕੱਲ ਨੂੰ ਫੇਰ ਸਾਈਕਲ ਤੇ ਆਓ, ਸਿਰਫ ਮੀਡੀਆ ਦੇ ਕਰਕੇ। ਗੱਲ ਸਿਰਫ ਇੰਨੀ ਜੀ ਹੈ ਕਿ ਜਦੋਂ ਸਿੰਬਲ ਦਿਖਾਣਾ ਤੇ ਫਿਰ ਲੋਕਾਂ 'ਚ ਇਹ ਮੈਸੇਜ ਚਲੇ ਜਾਂਦਾ ਕਿ ਇਹ ਹਾਥੀ ਦੇ ਦੰਦ ਖਾਣ ਵਾਲੇ ਹੋਰ ਨੇ, ਦਿਖਾਉਣ ਵਾਲੇ ਹੋਰ ਨੇ। ਮੈਂ ਤੁਹਾਨੂੰ ਇੱਕ ਬੇਨਤੀ ਕਰਦਾ, ਨਾਭਾ ਵਿਧਾਨ ਸਭਾ ਨੇ ਮੈਨੂੰ ਐਮਐਲਏ ਬਣਾਇਆ ਨਾ ਜੀ, ਤੁਸੀਂ ਜਦੋਂ ਮਰਜ਼ੀ 24 ਘੰਟੇ ਜਿਹੜੇ ਮਰਜ਼ੀ ਦਿਨ ਜਦੋਂ ਮਰਜ਼ੀ ਤੁਸੀਂ ਆਪਣਾ ਕੈਮਰਾ ਲੈ ਕੇ ਉੱਥੇ ਆਓ ਔਰ ਤੁਸੀਂ ਦੇਖੋ ਦੇਵਮਾਨ ਤੁਹਾਨੂੰ ਸਾਈਕਲ ਤੇ ਮਿਲੂਗਾ ਜੀ। ਇਹ ਹੈ ਸੱਚਾਈ, ਇਹ ਸੱਚਾਈ ਹੈ, ਬਿਨਾਂ ਦੱਸਿਆਂ ਦਾ ਆਓ ਤੁਸੀਂ।
ਜੋ ਤੁਸੀਂ ਦੇਖੋਗੇ ਮੇਰਾ 24 ਘੰਟੇ ਸਾਈਕਲ ਉੱਥੇ ਰੈਡੀ ਹੁੰਦਾ, ਮੈਂ ਸਾਈਕਲ ਤੇ ਘੁੰਮਦਾ ਨਾਭੇ 'ਚ, ਠੀਕ ਹੈ ਨਾ ਜੀ। ਉਹ ਸੱਚਾਈ ਹੈ ਜੀ, ਇਹ ਸੱਚਾਈ ਇਸ ਕਰਕੇ ਨਹੀਂ ਵੀ ਤੁਸੀਂ ਮੈਨੂੰ ਬਿਨਾਂ ਦੱਸੇ ਆ ਜਾਓ, ਠੀਕ ਹੈ ਜੀ। ਜਾਂ ਨਾਭਾ ਵਿਧਾਨ ਸਭਾ ਦੇ ਲੋਕਾਂ ਦੇ ਨਾਲ ਮੈਂ ਮੁਹੱਬਤ ਕਰਦਾ, ਮੇਰਾ ਪਿਆਰ ਹੈ, ਮੈਂ ਉਹ ਮਤਲਬ ਮੇਰੇ ਲਈ ਉਹ ਕਰਮ ਭੂਮੀ ਹੈ, ਤੇ ਉੱਥੇ ਮੈਂ ਬਹੁਤ ਮਤਲਬ ਈਜ਼ੀ ਅਵੇਲੇਬਲ ਆ ਹਰ ਇੱਕ ਲਈ, ਹਰ ਇੱਕ ਦੇ ਕੰਮ 'ਚ ਖੜਦਾ, ਹਰ ਇੱਕ ਨਾਲ ਖੜਦਾ, ਹਰ ਇੱਕ ਦੀ ਗੱਲ ਸੁਣਦਾ। ਜਿਹਨੂੰ ਮਰਜ਼ੀ ਪੁੱਛ ਲਓ, ਕਹਿੰਦੇ ਜੀ ਆ ਹੁਣੇ ਮੇਰੇ ਕੋਲ ਸਾਈਕਲ ਤੇ ਹੋ ਕੇ ਗਏ ਨੇ ਜੀ। ਜਿਹਨੂੰ ਮਰਜ਼ੀ ਤੁਸੀਂ ਅੱਜ ਚਲੋ ਇਹ ਦੱਸੋ ਵੀ ਅੱਜ ਕਿਉਂ ਲੱਗਾ ਇੱਕ ਦਿਨ ਬਾਅਦ ਵੀ ਅੱਜ ਕਾਰ ਤੇ ਜਾਣਾ ਚਾਹੀਦਾ? ਨਹੀਂ, ਮੈਂ ਤੁਹਾਨੂੰ ਦੱਸ ਰਿਹਾ, ਮੈਂ ਬਾਹਰ ਸੀ ਕਿਤੇ ਜੀ, ਚਾਹ ਸਵੇਰੇ ਜਲਦੀ, ਮੈਂ ਬਲਕਿ ਇੱਥੇ ਵੀ ਥੋੜਾ ਲੇਟ ਪਹੁੰਚਿਆ। ਕਈ ਵਾਰੀ ਸਮੇਂ ਦੀ ਉਹ ਹੁੰਦੀ ਹੈ, ਸਮਾਂ ਜਦੋਂ ਹੁੰਦਾ ਤਾਂ ਫਿਰ ਆ ਜਾਾਂਗੇ ਦੁਬਾਰੇ, ਕੋਈ ਗੱਲ ਨਹੀਂ। ਤੁਹਾਨੂੰ ਇਹ ਨਹੀਂ ਲੱਗਦਾ ਕਿ ਵਿਰੋਧੀ ਪਾਰਟੀਆਂ ਇਸ ਚੀਜ਼ ਦਾ ਤੰਜ ਮਜ਼ਾਕ ਬਣਾ ਰਹੀਆਂ ਨੇ? ਜਿਸ ਤਰ੍ਹਾਂ ਰਾਜਾ ਵੜਿੰਗ ਹੁਣਾਂ ਨੇ ਤੁਹਾਨੂੰ ਰਸਤੇ 'ਚ ਰੋਕ ਕੇ ਕਹਿ ਦਿੱਤਾ ਕਿ ਮਾਨ ਸਾਹਿਬ ਪਹਿਲੇ ਦਿਨ ਤੁਸੀਂ ਸਾਈਕਲ ਤੇ ਆਏ, ਸਾਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈ ਗਈਆਂ, ਤੁਸੀਂ ਫੋਰਚੂਨਰ ਤੇ ਚੜ੍ਹ ਕੇ ਆ ਗਏ, 2 ਦਿਨ ਇੱਕ ਦਿਨ ਤੱਕ ਵਕਵਾ ਪਿਆ, ਤੁਸੀਂ ਕਾਰ 'ਚ ਚੜ੍ਹ ਕੇ ਆ ਗਏ, ਤੁਸੀਂ ਡਰਾਮਾ ਕੀਤਾ। ਇਹ ਤੁਹਾਨੂੰ ਰਾਜਾ ਵੜਿੰਗ ਕਹਿ ਕੇ ਗਏ? ਮੇਰੀ ਗੱਲ ਸੁਣ, ਉਹਨਾਂ ਕੋਲ ਅੱਜ ਵੀ ਵੱਡੀਆਂ ਗੱਡੀਆਂ ਨੇ, ਮੇਰੇ ਕੋਲ ਤਾਂ ਆਪਣੀ ਕਾਰ ਵੀ ਹੈ ਨਹੀਂ। ਤੁਸੀਂ ਇਹਦੀ ਆਰਸੀ ਚੈੱਕ ਕਰ ਲਓ, ਆਪਣੀ ਵੀ ਕਾਰ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਦਾਂ ਕਰੋ, ਤੁਹਾਡੇ ਕੋਲ ਗੱਡੀਆਂ ਨੇ, ਮੁਬਾਰਕ ਹੈ, ਤੁਸੀਂ ਇੱਕ ਦਿਨ ਤੁਸੀਂ ਤਾਂ ਸਾਈਕਲ ਤੇ ਆ ਕੇ ਦਿਖਾਓ। ਉਹ ਕਹਿੰਦੇ ਵੀ ਅਸੀਂ ਚਲਾ ਹੀ ਨਹੀਂ ਸਕਦੇ। ਮੈਂ ਕਿਹਾ ਤੁਹਾਡੀਆਂ ਲੱਤਾਂ 'ਚ ਜਾਨ ਹੀ ਹੈ ਨਹੀਂ, ਤੁਸੀਂ ਚਲਾ ਨਹੀਂ ਸਕਦੇ, ਕਿਉਂਕਿ ਸਾਈਕਲ ਚਲਾਉਣ ਲਈ ਦਮ ਚਾਹੀਦਾ। 70 80 100 ਕਿਲੋਮੀਟਰ ਸਾਈਕਲ ਚਲਾਉਣ ਲਈ ਦਮ ਚਾਹੀਦਾ, ਸਟੈਮਿਨਾ ਚਾਹੀਦਾ, ਵਿਲ ਪਾਵਰ ਚਾਹੀਦੀ ਹੈ। ਐ ਨਹੀਂ ਸਾਈਕਲ ਚੱਲਦਾ ਜੀ ਗੱਲਾਂ ਨਾਲ, ਠੀਕ ਹੈ ਨਾ। ਇਹ ਕਹਿਣਾ ਸੌਖਾ, ਕਰਨਾ ਬਹੁਤ ਔਖਾ ਹੈ। ਪਰ ਮੇਰਾ ਸੁਭਾਅ ਸ਼ੁਰੂ ਤੋਂ ਸੁਭਾਅ, ਤੁਸੀਂ ਸੋਸ਼ਲ ਮੀਡੀਆ ਜਾ ਕੇ ਮੇਰੀ ਪੁਰਾਣੀ ਹਿਸਟਰੀ ਕੱਢ ਕੇ ਦੇਖ ਲਓ, ਮੈਂ ਤਾਂ ਉਵੇਂ। ਇਹੀ ਗੱਲ ਤੇ ਤੁਹਾਡੀ ਚੰਗੀ ਲੱਗੀ ਸੀ ਸਾਰਿਆਂ ਨੂੰ, ਜਿੰਨੇ ਮੀਡੀਆ ਨੇ ਤੁਹਾਨੂੰ ਕਵਰ ਕੀਤਾ ਉਸ ਦਿਨ। ਅਸੀਂ ਕਿਤੇ ਹੋਰ ਲਾਈਵ ਕਰ ਰਹੇ ਸੀ, ਤੁਹਾਨੂੰ ਦੇਖ ਕੇ ਅਸੀਂ ਭੱਜ ਕੇ ਤੁਹਾਡੇ ਕੋਲੇ ਗਏ ਕਿ ਯਾਰ ਇਹ ਬਹੁਤ ਵਧੀਆ ਜਿਹੜੀ ਬਦਲਾਅ ਦੀ ਰਾਜਨੀਤੀ ਦੀ ਗੱਲ ਕਰਦੇ ਆ, ਉਹ ਦੇਵਮਾਨ ਚੋਂ ਨਜ਼ਰ ਆਈ ਆ ਸਾਨੂੰ ਦੇਖ ਕੇ ਕਿ ਤੁਹਾਡੀ ਪਾਰਟੀ ਦੇ ਬਹੁਤ ਸਾਰੇ ਲੀਡਰ ਵੱਡੀਆਂ ਗੱਡੀਆਂ ਤੇ, ਕੋਈ ਫੋਰਚੂਨਰ ਤੇ ਚੜਿਆ, ਕੋਈ ਕਿਸ ਤੇ ਚੜਿਆ, ਠੀਕ ਹੈ, ਉਹਨਾਂ ਕੋਲ ਹੈਗੀਆਂ ਨੇ, ਹਰ ਕਿਸੇ ਦੀ ਹੈ, ਕੋਈ ਇਤਰਾਜ਼ ਵੀ ਨਹੀਂ ਉਸ ਗੱਲ ਤੇ, ਹੈਨਾ। ਤੇ ਜਦੋਂ ਇੱਕ ਦਿਨ ਬਾਅਦ ਬੰਦੇ ਦਾ ਸਟੈਂਡ ਚੇਂਜ ਹੁੰਦਾ ਹੋਇਆ ਨਜ਼ਰ ਆਉਂਦਾ, ਤੇ ਕਈ ਵਾਰੀ ਇਹ ਲੱਗਦਾ ਕਿ ਲੀਡਰ ਕਹਿੰਦੇ ਕੁਛ ਨੇ, ਕਰਦੇ ਕੁਛ ਨੇ, ਦਿਖਾਉਂਦੇ ਕੁਛ ਨੇ। ਪਹਿਲੀ ਗੱਲ ਤਾਂ ਆਈ ਐਮ ਨਾਟ ਪੋਲੀਟੀਸ਼ੀਅਨ, ਮੈਂ ਤਾਂ ਮਿੱਟੀ ਨਾਲ ਜੁੜਿਆ ਇਨਸਾਨ ਆ, ਠੀਕ ਹੈ ਨਾ। ਸਵੇਰੇ ਆ ਜਾਓ, ਸਵੇਰੇ ਕੱਲ ਫਿਰ ਸੈਸ਼ਨ ਆ, ਮੈਂ ਤਾਂ ਸਵੇਰੇ ਮੈਂ 5 ਵਜੇ ਘੰਟਾ 2 ਘੰਟੇ ਸਾਈਕਲ ਤੇ ਘੁੰਮ ਫਿਰ ਕੇ ਕੱਲ ਫਿਰ ਸਾਈਕਲ ਤੇ ਆ ਜਾਓਗੇ, ਲੋਕੀ ਫਿਰ ਕਹਿਣਗੇ ਕਿ ਹੁਣ ਦੇਵਮਾਨ ਨੂੰ ਫਿਰ ਸਟੈਂਡ ਚੇਂਜ ਕਰ ਲੈ। ਕਰਨਾ ਕੀ ਹੈ ਜੀ, ਮੇਰੀ ਗੱਲ ਸੁਣ, ਵਿਰੋਧੀਆਂ ਨੇ ਤਾਂ ਕੁਛ ਨਾ ਕੁਛ ਕਹਿਣਾ ਹੀ ਹੁੰਦਾ ਜੀ। ਸਟੈਂਡ ਤਾਂ ਹੈਗਾ, ਮੈਂ ਤੁਹਾਨੂੰ ਕਹਿ ਕੇ ਹਟਾਂ ਵੀ ਸਟੈਂਡ ਤਾਂ ਹੈਗਾ ਪੰਜਾਬ ਲਈ ਕਮਿਟਮੈਂਟ, ਸਭ ਤੋਂ ਵੱਡਾ ਸਟੈਂਡ ਤਾਂ ਹੈਗਾ ਪੰਜਾਬ ਲਈ ਕਮਿਟਮੈਂਟ। ਜਿਹੜੀ ਮੇਰੀ ਕਰਮ ਭੂਮੀ ਆ ਉਹ ਨਾਭਾ ਜੀ, ਠੀਕ ਹੈ ਨਾ। ਨਾਭਾ ਸ਼ਹਿਰ ਦੇ ਵਿੱਚ ਮੈਂ ਸਾਈਕਲ ਤੇ ਮਿਲੂੰਗਾ ਤੁਹਾਨੂੰ ਗਰੰਟੀ ਦੇ ਨਾਲ ਲਿਖ ਕੇ ਜੀ ਮੈਂ, ਠੀਕ ਹੈ ਨਾ ਜੀ। ਤੁਸੀਂ ਲੱਗਦਾ ਹੁਣ ਚੈੱਕ ਕਰਨਗੇ ਮੀਡੀਆ ਵਾਲੇ ਵੀ ਦੇਵਮਾਨ ਨਾਭਾ 'ਚ ਕਿਵੇਂ ਘੁੰਮਦੇ। ਤੁਹਾਡੇ ਦੈਨਿਕ ਸਵੇਰਾ ਵਾਲੇ ਤੇ ਆਪੋਜੀਸ਼ਨ ਦੀਆਂ ਪਾਰਟੀਆਂ ਵੀ ਚੈੱਕ ਕਰਾ ਲੈਣਗੇ। ਮੈਨੂੰ ਬੇਨਤੀ ਕਰਦਾ ਵੀ ਕਿਸੇ ਦਿਨ ਉੱਥੋਂ ਨਾ ਗਿੱਦੜਬਾਹ ਤੋਂ ਲੰਘਦੇ ਬਾਹਰ ਨਾਭੇ ਹੋ ਕੇ ਚੈੱਕ ਕਰਕੇ ਜਾਓ ਤੇ ਤੁਸੀਂ ਦੇਖਿਓ ਵੀ ਦੇਵਮਾਨ ਸਾਈਕਲ ਤੇ ਹੈਗਾ ਹੀ ਨਹੀਂ ਹੈਗਾ। ਕਿਉਂਕਿ ਮੈਂ ਨਾਭਾ ਸ਼ਹਿਰ ਦੇ ਵਿੱਚ ਮੈਨੂੰ ਗਲੀਆਂ ਛੋਟੀਆਂ ਨੇ, ਉੱਥੇ ਅੰਦਰ ਗੱਡੀ ਲੈ ਕੇ ਜਾਂ ਮੋਟਰਸਾਈਕਲ ਨਾਲੋਂ ਬਿਹਤਰ ਹੈ ਕਿ ਤੁਸੀਂ ਸਾਈਕਲ ਤੇ ਜਾਓ। ਲੋਕ ਵੀ ਪਸੰਦ ਕਰਦੇ ਇਸ ਗੱਲ ਨੂੰ, ਇਸੇ ਕਰਕੇ ਸ਼ਾਇਦ ਮੇਰੇ ਵਰਗੇ ਕਿ ਨਾ ਚੀਜ਼ ਨੂੰ 82,000 ਵੋਟਾਂ ਪਾਈ ਨੇ, ਜਿਹੜਾ ਪੰਜਾਬ ਟੌਪ 10 ਸੀਟਾਂ ਦੇ ਵਿੱਚੋਂ 53,000 ਦੀ ਲੀਡ ਦੇ ਨਾਲ ਜਿੱਤਿਆ ਜੀ। ਇਹੀ ਤੇ ਚੰਗੀ ਗੱਲ ਹੈ ਕਿ ਨਾਭਾ ਰਿਆਸਤ ਵਾਲੇ ਸ਼ਹਿਰ ਦੇ ਵਿੱਚੋਂ ਇੱਕ ਸਾਈਕਲ ਤੇ ਚੜ੍ਹ ਕੇ ਐਮਐਲਏ ਬਣ ਜਾਂਦਾ। ਇਹ ਚੀਜ਼ ਚੰਗੀ ਲੱਗਦੀ ਹੈ ਲੋਕਾਂ ਨੂੰ। ਪਰ ਹੁਣ ਗਾਂ ਕਿਸ ਤਰ੍ਹਾਂ ਦੀ ਰਾਜਨੀਤੀ ਕਰਨਗੇ ਦੇਵਮਾਨ, ਇਹ ਤਾਂ ਨਹੀਂ ਅੱਜ ਹੋਰ ਕੱਲ ਹੋਰ। ਤੁਸੀਂ ਆਖਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਵੀ ਕਈ ਵਾਰੀ ਆਪਾਂ ਹਾਈ ਮੋਰਲ ਗਰਾਊਂਡ ਸੈੱਟ ਕਰ ਲੈਂਦੇ ਆ ਬਹੁਤ ਜ਼ਿਆਦਾ ਨਾ, ਉਸ ਤੋਂ ਬਾਅਦ ਔਖਾ ਹੋ ਜਾਂਦਾ ਉਹਨਾਂ ਤੇ ਸਟੈਂਡ ਕਰਨਾ? ਨਹੀਂ, ਮੇਰੇ ਲਈ ਤਾਂ ਕੋਈ ਔਖਾ ਨਹੀਂ ਜੀ। ਮੈਂ ਤਾਂ ਵਿੱਚ ਨੂੰ ਵਿਧਾਨ ਸਭਾ ਵੀ ਆਇਆ ਕਰੂੰਗਾ ਸਾਈਕਲ ਤੇ, ਔਰ ਨਾਭਾ ਤਾਂ ਮੈਂ ਰੋਜ਼ ਹੀ ਘੁੰਮਦਾ ਸਾਈਕਲ ਤੇ ਜੀ। ਇਸ ਤੋਂ ਬਾਅਦ ਹੋਰ ਦੱਸੋ ਮੈਂ ਕੀ ਕਹਿ ਸਕਦਾ ਤੁਹਾਨੂੰ ਜੀ। ਆਖਿਰ ਦੇ ਵਿੱਚ ਹੁਣ ਜਿਹੜੇ ਲੀਡਰ ਕਹਿੰਦੇ ਪਏ ਨੇ, ਅੰਦਰ ਵੀ ਤੁਹਾਨੂੰ ਕਾਂਗਰਸੀ ਬਹੁਤ ਕਰ ਰਹੇ ਸੀਗੇ, ਹੋਰ ਵੀ ਬਾਅਦ ਵਿੱਚ ਲੀਡਰ ਖੜੇ ਸੀਗੇ ਕੁਝ, ਜੋ ਤੁਸੀਂ ਚਲੇ ਗਏ ਉੱਥੋਂ, ਇਹ ਕਹਿ ਰਹੇ ਸੀ ਕਿ ਡਰਾਮੇ ਕਰਦੇ ਆ। ਮੈਂ ਕਿਹਾ ਰਾਜਾ ਵੜਿੰਗ ਹੋਰਾਂ ਨੂੰ ਵੀ ਤੁਹਾਡੇ ਤੋਂ ਸਰਕਾਰ ਨਹੀਂ ਚੱਲੀ, ਸਾਈਕਲ ਤੁਹਾਡੇ ਤੋਂ ਨਹੀਂ ਚੱਲਦਾ, ਕਹੇ ਚੰਗਾ ਕੰਮ ਕੋਈ ਤੁਸੀਂ ਨਹੀਂ ਕਰ ਸਕਦੇ, ਤੁਸੀਂ ਗੱਲਾਂ ਕਰਨ ਜੋਗੇ ਹੀ ਹੋ। ਅਸੀਂ ਸਾਈਕਲ ਵੀ ਚਲਾਉਨੇ ਆ, ਗੱਡੀ ਵੀ ਚਲਾਉਨੇ ਆ, ਸਰਕਾਰ ਵੀ ਚਲਾ ਕੇ ਦਿਖਾਵਾਂਗੇ, ਲੋਕਾਂ 'ਚ ਵੀ ਵਿਚਰਦੇ ਆ, ਲੋਕਾਂ ਦੇ ਦਿਲ 'ਚ ਵੀ ਰਹਿੰਦੇ ਆ। ਤੁਸੀਂ ਦੱਸੋ ਇਹਨਾਂ 'ਚੋਂ ਕਿਹੜਾ ਕੰਮ ਕਰਦੇ ਹੋ? ਕੁਝ ਵੀ ਨਹੀਂ ਜੀ, ਠੀਕ ਹੈ ਨਾ। ਸੋ ਕਹਿਣ ਦਾ ਭਾਵ ਇਹ, ਅੱਜ ਜਦੋਂ ਗਵਰਨਰ ਸਾਹਿਬ ਨੇ ਕਿਹਾ ਕਿ ਜਿਹੜੀ ਟਰਾਂਸਪੋਰਟ ਪਾਲਿਸੀ ਜਿਹੜੀ ਆ ਨਾ, ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਉਹ ਟਰਾਂਸਪੋਰਟ ਲੈ ਕੇ ਆਏਗੀ, ਆਹ ਬਦਲਾਅ ਕਰੇਗੀ, ਤਾਂ ਉੱਥੇ ਉਹ ਵੱਜਿਆ ਤਾਂ ਇਹਨਾਂ ਦੇ ਮੂੰਹ ਤੇ ਸ਼ਕਨ ਸੀਗੀ। ਇਹ ਟਰਾਂਸਪੋਰਟ ਮਿਨਿਸਟਰ ਸੀਗੇ ਨਾ ਜੀ, ਪਹਿਲੇ ਬੜੀਆਂ ਲਲਕਾਰੇ ਮਾਰਦੇ ਸੀ, ਐ ਕਰ ਦਾਂਗੇ ਬਾਦਲ ਨੇ ਬੱਸਾਂ। ਤੁਹਾਡੇ ਸਾਹਮਣੇ ਹੁਣ ਕੰਮ ਹੁੰਦੇ ਦੇਖੋ ਤੁਸੀਂ ਕਿਵੇਂ ਹੁੰਦੇ ਆ ਜੀ। ਠੀਕ ਹੈ, ਬਹੁਤ ਧੰਨਵਾਦ ਦੇਵ। ਔਰ ਮੈਂ ਇੱਕ ਬੇਨਤੀ ਕਰਦਾ ਆਪਾਂ ਬਹੁਤ ਵੱਡੀ ਡੈਮੋਕ੍ਰੇਸੀ, ਵੱਡੀ ਕੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਹਿੱਸਾ ਆਪਾਂ ਗੱਲ ਕਰੀਏ ਆਪਣਾ ਜਿਹੜਾ ਪੰਜਾਬ ਹੈ ਇਹਨੂੰ ਬਚਾਉਣ ਦੀ, ਆਪਾਂ ਗੱਲ ਕਰੀਏ ਕਿ ਪੰਜਾਬ ਦੇ ਲੋਕਾਂ ਦਾ ਬੈਨੀਫਿਟ ਕਿਵੇਂ ਹੋਏਗਾ।
ਮੇਰੇ ਸਾਈਕਲ ਤੇ ਆਉਣ ਨਾਲ ਜਾਂ ਨਾ ਆਉਣ ਨਾਲ ਉਦੋਂ ਜ਼ਿਆਦਾ ਜਿਹੜਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਮ ਪਾਰਟੀ ਦੀ ਪਰਫਾਰਮੈਂਸ ਕੀ ਰਹੇਗੀ, ਲੋਕਾਂ ਨੂੰ ਡਿਲੀਵਰ ਕੀ ਕਰਨਾ, ਉਹ ਸਵਾਲ ਵੱਡਾ। ਨਹੀਂ ਬਿਲਕੁਲ, ਪੰਜਾਬ ਦੇ ਮੁੱਦੇ, ਪੰਜਾਬ ਦੀ ਡਿਵੈਲਪਮੈਂਟ, ਪੰਜਾਬ ਦਾ ਸੁਧਾਰ ਮੁੱਖ ਸਵਾਲ ਹੈਗਾ। ਪਰ ਦੇਵ ਮਾਨ ਨੂੰ ਸਵਾਲ ਇਹ ਉਦੋਂ ਹੁੰਦਾ ਜਦੋਂ ਬਹੁਤ ਸਾਰੀਆਂ ਗੱਡੀਆਂ ਦੀ ਲੰਬੀ ਕਤਾਰ ਦੇ ਪਿੱਛੇ ਦੇਵ ਮਾਨ ਸਾਈਕਲ ਲੈ ਕੇ ਖੜੇ ਹੁੰਦੇ ਨੇ ਤੇ ਕਹਿੰਦੇ ਨੇ ਕਿ ਮੈਂ ਚੰਡੀਗੜ੍ਹ ਤੋਂ ਨਾਭੇ ਸਾਈਕਲ ਤੇ ਨਾਭੇ ਤੋਂ ਚੰਡੀਗੜ੍ਹ ਸਾਈਕਲ ਤੇ ਆਇਆ, ਅੱਗੇ ਵਿਧਾਨ ਸਭਾ ਤੇ ਆਇਆ ਤੇ ਮੈਂ ਇਦਾਂ ਹੀ ਚੱਲੂੰਗਾ। ਜਦੋਂ ਇੱਕ ਦਿਨ ਪਹਿਲੇ ਔਨ ਰਿਕਾਰਡ ਇਹ ਸਟੇਟਮੈਂਟ ਦਈ ਹੋਵੇ ਤੇ ਦੂਸਰੇ ਦਿਨ ਜੇ ਸਟੈਂਡ ਚੇਂਜ ਹੋਵੇ ਤਾਂ ਸਾਡਾ ਸਵਾਲ ਕਰਨਾ ਬੰਦਾ। ਸਾਨੂੰ ਵੀ ਕੋਈ ਇਤਰਾਜ਼ ਨਹੀਂ ਹੈ, ਤੁਸੀਂ ਕੱਲ ਨੂੰ ਮੈਂ ਕਹਿਤਾ ਇਹ ਚੌਪਰ ਲੈ ਕੇ ਆ ਜਾਓ ਤਾਂ ਸਾਡਾ ਕੋਈ ਉਹਦੇ ਚ ਇੰਟਰਸਟ ਨਹੀਂ ਵੀ ਤੁਸੀਂ ਚੌਪਰ ਤੇ ਕਿਉਂ ਆਏ। ਪਰ ਹਾਂ ਜੇ ਕਹਿਣਾ ਕਿ ਮੈਂ ਅੱਜ ਇਹ ਕਹਿਣਾ ਦੂਸਰੇ ਦਿਨ ਹੋਰ ਕਹਿਣਾ ਤੇ ਤੁਹਾਨੂੰ ਸਾਰਾ ਮੀਡੀਆ ਦੇਵ ਸਾਹਿਬ ਸਵਾਲ ਕਰੇਗਾ, ਕਿਉਂਕਿ ਤੁਸੀਂ ਚੁਣ ਕੇ ਆਏ ਹੋਏ ਲੀਡਰ ਹੈਗੇ ਹੋ, ਪਬਲਿਕ ਫਿਗਰ ਹੋ ਤੁਸੀਂ। ਬਿਲਕੁਲ ਦੇਖੋ, ਜਿਹੜੀ ਮੇਰੀ ਕਰਮ ਭੂਮੀ ਉਹ ਨਾਭਾ ਜੀ। ਨਾਭਾ ਦੇ ਵਿੱਚ ਮੈਂ 24 ਘੰਟੇ ਅਵੇਲੇਬਲ ਹਾਂ, ਮੇਰੇ ਘਰ ਦੇ ਦਰਵਾਜ਼ੇ ਖੁੱਲੇ ਨੇ। ਸਭ ਤੋਂ ਵੱਡਾ ਸਵਾਲ ਇਹ ਹੈ ਜੀ, ਨਾਭਾ ਇੱਥੋਂ ਮੇਰੇ ਖਿਆਲ 70-80 ਕਿਲੋਮੀਟਰ ਮੇਰੇ ਦਾ ਮੈਂ ਨਾਪਿਆ ਨਹੀਂ, ਮੈਂ ਗੱਡੀ ਦੇ ਨਾਪ ਲੈਣਾ ਅੱਜ ਕਿੰਨਾ ਬਣਦਾ ਵਿਧਾਨ ਸਭਾ ਬਰਾਬਰ, ਠੀਕ ਹੈ ਨਾ ਜੀ। ਤੇ ਸੁਭਾਵਿਕ ਹੈ ਕਿ ਸਮੇਂ ਮੁਤਾਬਕ ਹਰ ਚੀਜ਼ ਜਿਹੜੀ ਆ ਉਹ ਬਣਦੀ ਹੈ। ਜਦੋਂ ਤੁਹਾਡੇ ਕੋਲ ਸਮਾਂ ਹੁੰਦਾ ਤਾਂ ਤੁਸੀਂ ਉਹ ਚੀਜ਼ ਕਰ ਲੈਣੋ, ਜਦੋਂ ਸਮਾਂ ਨਹੀਂ ਹੁੰਦਾ ਫਿਰ ਤੁਹਾਨੂੰ ਉਸ ਚੀਜ਼ ਨਾਲ ਉਵੇਂ ਕਰਨਾ ਪੈਂਦਾ, ਠੀਕ ਹੈ ਜੀ। ਜੇ ਦੁਬਾਰਾ ਸਮਾਂ ਮਿਲਿਆ ਵੀ ਹਾਂ ਵੀ ਅੱਜ ਹੈਗਾ ਟਾਈਮ ਤਾਂ ਦੁਬਾਰਾ ਫੇਰ ਆ ਜਾਾਂਗੇ ਜੀ। ਕਿਹੜੀ ਗੱਲ ਹੈ, ਇੱਕ ਵਾਰੀ ਨਹੀਂ ਦੁਨੀ ਵਾਰੀ ਸੈਸ਼ਨ ਹੋਊਗਾ, ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਹਾਜ਼ਰੀ ਲਵਾਈਏ, ਠੀਕ ਹੈ ਜੀ। ਕੋਈ ਸੈਸ਼ਨ ਦਾ ਕੋਈ ਮਿਸ ਨਾ ਹੋਵੇ, ਆਪਣੇ ਲੋਕਾਂ ਦੇ ਸਵਾਲ ਕਰੀਏ ਇੱਥੇ, ਔਰ ਸਰਕਾਰ ਦੀ ਜਿਹੜੀ ਇਹ ਇਤਿਹਾਸਕ ਜਿਹੜੀ ਕੰਮ ਕਰਨ ਦਾ ਤਰੀਕਾ ਉਹਦੇ ਵਿੱਚ ਸ਼ਾਮਲ ਹੋਈਏ। ਔਰ ਹਾਂ, ਸਤਿ ਸ਼੍ਰੀ ਅਕਾਲ। ਕਿੰਨੇ ਨੰਬਰ ਹਾਂਜੀ ਇੱਥੇ ਐਮਐਲਏ ਕਿੰਨੇ ਚ ਸੈਸ਼ਨ ਨਾਭਾ ਦੇ ਐਮਐਲਏ ਦੇਵ ਮਾਨ ਇੱਕ ਦਿਨ ਪਹਿਲਾਂ ਬਹੁਤ ਸੁਰਖੀਆਂ ਬਟੋਰੀਆਂ ਸੀਗੀਆਂ ਦੇਵ ਮਾਨ ਨੇ ਜਦੋਂ ਸਾਈਕਲ ਤੇ ਚੜ੍ਹ ਕੇ ਵਿਧਾਨ ਸਭਾ ਪਹੁੰਚੇ ਸੀ, ਔਰ ਇੱਕ ਦਿਨ ਦੇ ਵਕਫੇ ਤੋਂ ਬਾਅਦ ਅੱਜ ਕਾਰ ਦੇ ਵਿੱਚ ਪਹੁੰਚੇ ਨੇ। ਵਿਰੋਧੀ ਪਾਰਟੀਆਂ, ਕਾਂਗਰਸ ਦੇ ਐਮਐਲਏ ਵੀ ਤੰਜ ਕਰ ਰਹੇ ਨੇ ਕਿ ਦਿਖਾਵਾ ਕੀਤਾ ਗਿਆ। ਇੱਕ ਦਿਨ ਪਹਿਲਾਂ ਇਹ ਦਾਵਾ ਕੀਤਾ ਗਿਆ ਕਿ ਮੈਂ ਤੇ ਸਾਈਕਲ ਤੇ ਵਿਧਾਨ ਸਭਾ ਪਹੁੰਚਿਆ ਤਾਂ ਮੈਂ ਗਾਂ ਵੀ ਸਾਈਕਲ ਤੇ ਹੀ ਆਵਾਂਗਾ। ਤੇ ਇੱਕ ਦਿਨ ਬਾਅਦ ਐਸਾ ਕੀ ਮਨ ਬਦਲ ਗਿਆ, ਇੱਕ ਦਿਨ ਬਾਅਦ ਐਸੀ ਕੀ ਜ਼ਰੂਰਤ ਬਦਲ ਗਈ ਕਿ ਆਪਣੇ ਇੱਕ ਦਿਨ ਪਹਿਲਾਂ ਕਹੀ ਹੋਈ ਗੱਲ ਤੋਂ ਪਲਟਣਾ ਪੈ ਗਿਆ। ਹਾਲਾਂਕਿ ਇਤਰਾਜ਼ ਇਹ ਨਹੀਂ ਹੈ ਕਿ ਕੋਈ ਐਮਐਲਏ ਸਾਈਕਲ ਤੇ ਆਉਂਦਾ ਹੈ ਜਾਂ ਕਾਰ ਚ ਆਉਂਦਾ ਹੈ। ਸਵਾਲ ਇਸ ਲਈ ਹੈ ਕਿ ਜੇ ਕੋਈ ਐਮਐਲਏ ਲੋਕਾਂ ਦੇ ਵਿੱਚ ਜਾ ਕੇ ਕਿਸੇ ਤਰ੍ਹਾਂ ਦਾ ਦਾਅਵਾ ਕਰਦਾ ਹੈ, ਮੀਡੀਆ ਦੇ ਵਿੱਚ ਕਿਸੇ ਤਰ੍ਹਾਂ ਦਾ ਦਾਅਵਾ ਕਰਦਾ ਔਰ ਆਪਣੇ ਦਾਅਵੇ ਤੋਂ ਇੱਕ ਦਿਨ ਬਾਅਦ ਪਲਟਦਾ ਹੈ ਤੇ ਉਸ ਨੂੰ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ, ਉਸ ਨੂੰ ਉਸ ਤੇ ਸਫਾਈ ਜ਼ਰੂਰ ਦੇਣਾ ਚਾਹੀਦੀ ਹੈ, ਆਪਣੀ ਗੱਲ ਜ਼ਰੂਰ ਕਲੀਅਰ ਕਰਨੀ ਚਾਹੀਦੀ ਹੈ। ਕੈਮਰਾਮੈਨ ਗੁਲਸ਼ਨ ਦੇ ਨਾਲ ਤਮਿਲ ਭਾਟੀਆ, ਦੈਨਿਕ ਸਵੇਰਾ, ਚੰਡੀਗੜ੍ਹ। All World Open Challenge 17-time gold medalist Mia Rafiq Mohammed, Pandit Maulvi, Begum, Tantrik, इन्ना चोरा ठग्गा तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री मिया रफीक मोहम्मद। मोबाइल 84 374 94 647 84 374 94 648।